ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 16ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹ ਮਾਨ, पंचे सोहे दर राजान, पंचा का गुर एक ध्यान, जेको कहे करे विचार, करते कै करना नाही सुमार, तोल धर्म दया का पूत, संतोख थाप रखिया जिन सूत, जेको बुझै होवै सचियार, धवलै ऊपर केता भार, धरती होर परै होर होर, तिसते भार तलै कवन जोर, जी जात रंगा के नाम, सबना लिखिया बुरी कलाम, यो लेखा लिख जाने कोई, लेखा लिखिया केता होए, केता ताण सुआलिहो रूप, केती दात जाने कौन कूत, कीता पसाओ एको कवाओ, तिसते होए लख दरियाओ, कुदरत कवन कहा विचार, वारिया न जावा एक बार, जो तुद भावै साई भलीकार, तू सदा सलामत निरंकार। गुरु प्यारी साध संगत जीओ, इस तो पहला असी सुने ਅਤੇ ਮਣੀਆਂ ਦੀ ਪੌੜੀ ਨੂੰ ਵਿਚਾਰਿਆ ਸੀਗਾ, ਜਿੱਥੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਸੁਣਨ ਦੇ ਗੁਣ ਦੱਸੇ, ਮੰਨਣ ਦੇ ਗੁਣ ਦੱਸੇ, ਤੇ ਹੁਣ ਗੁਰੂ ਸਾਹਿਬ ਦੱਸਣਾ ਚਾਹੁੰਦੇ ਹਨ ਪੰਚ। ਪੰਚ ਭਾਵ ਅਜਿਹੀ ਸ਼ਖਸੀਅਤ, ਅਜਿਹੇ ਮਨੁੱਖ ਜਾਂ ਅਜਿਹੀ ਸੁਰਤ ਜਿਸ ਨੇ ਸੁਣ ਕੇ ਮੰਨ ਲਿਆ। ਤੇ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਹਨ ਉਹ ਪੰਚ ਹੋ ਗਏ। ਤੇ ਅਜਿਹੇ ਮਨੁੱਖ ਜਿਹੜੇ ਹਨ ਉਹ ਪ੍ਰਵਾਨ ਹਨ। ਅਜਿਹੇ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਗੁਰੂ ਸਾਹਿਬ ਕਹਿੰਦੇ ਸਫਲਾ ਹੈ। ਪੰਚ ਪ੍ਰਧਾਨ, ਤੇ ਅਜਿਹੇ ਮਨੁੱਖ ਜਿਹੜੇ ਆ ਉਹ ਅਸਲ ਪ੍ਰਧਾਨ ਹਨ। ਪ੍ਰਧਾਨ ਸੁਣ ਕੇ ਇੱਕ ਵਾਰ ਸਭ ਦੇ ਕੰਨ ਖੜੇ ਹੁੰਦੇ ਆ। ਹਰ ਕਿਸੇ ਨੂੰ ਪ੍ਰਧਾਨਗੀ ਜਿਹੜੀ ਆ ਉਹ ਚਾਹੀਦੀ ਆ, ਪਰ ਗੁਰੂ ਦੀ ਨਜ਼ਰ ਵਿੱਚ ਜਿਹੜਾ ਉਹ ਪ੍ਰਧਾਨ ਕੌਣ ਹੈ? ਜਿਨਨੇ ਉਸ ਅਕਾਲ ਪੁਰਖ ਨੂੰ ਸੁਣ ਕੇ ਮੰਨ ਲਿਆ। ਅਸਲ ਵਿੱਚ ਉਹ ਪ੍ਰਧਾਨ ਹੈ ਗੁਰੂ ਦੀ ਨਜ਼ਰ ਵਿੱਚ। ਭਾਵੇਂ ਦੁਨਿਆਵੀ ਪੱਖੋਂ ਬਥੇਰੇ ਪ੍ਰਧਾਨ ਤੁਰਦੇ ਫਿਰਦੇ ਆ, ਪਰ ਗੁਰੂ ਦੀ ਨਜ਼ਰ ਵਿੱਚ ਪ੍ਰਧਾਨ ਉਹੀ ਹੈ ਜਿਹੜਾ ਨਾਮ ਸੁਣ ਕੇ ਮੰਨ ਲੈਂਦਾ, ਉਸ ਗੁਰੂ ਦੇ ਹੁਕਮ ਤੇ ਤੁਰ ਪੈਂਦਾ ਹੈ। ਤੇ ਅਜਿਹੇ ਜਿਹੜੇ ਮਨੁੱਖ ਆ, ਪੰਚੇ ਪਾਵਹਿ ਦਰਗਹ ਮਾਨ, ਉਹਨਾਂ ਨੂੰ ਅਸਲ ਮਾਨ ਪ੍ਰਾਪਤ ਹੁੰਦਾ ਹੈ। ਵੇਖਿਆ ਜਾਂਦਾ ਹੈ ਜਿਹੜਾ ਆਮ ਦੁਨਿਆਵੀ ਆਗੂ ਹੁੰਦਾ ਹੈ ਜਾਂ ਪ੍ਰਧਾਨ ਕਹਿ ਲਵੋ, ਉਹਦੇ ਅੱਗੇ ਤੇ ਸਾਰੇ ਵਾਵਾ ਕਰਦੇ ਆ, ਪਰ ਪਿੱਛੇ ਉਸ ਨੂੰ ਹੀ ਕਿਤੇ ਨਾ ਕਿਤੇ ਮੰਦਾ ਬੋਲਦੇ ਆ। ਕਹਿਣ ਤੋਂ ਭਾਵ ਜਿਹੜਾ ਉਹਨੂੰ ਲੱਗਦਾ ਹੈ ਕਿ ਮਾਨ ਸਨਮਾਨ ਮਿਲ ਰਿਹਾ ਹੈ, ਅਸਲ ਵਿੱਚ ਕੀ ਹੁੰਦਾ ਹੈ ਉਹ ਸਿਰਫ ਤੇ ਸਿਰਫ ਇੱਕ ਦਿਖਾਵਾ ਮਾਤਰ ਹੁੰਦਾ ਹੈ। ਪਰ ਜਿਹੜਾ ਨਾਮ ਸੁਣ ਕੇ ਮੰਨ ਲੈਂਦਾ ਹੈ, ਅਜਿਹੇ ਮਨੁੱਖ ਨੂੰ ਗੁਰੂ ਸਾਹਿਬ ਦਰਗਾਹ ਮਾਨ ਦਿੰਦੇ ਹਨ। ਦਰਗਾਹ ਤੋਂ ਭਾਵ ਹੈ ਉਸ ਅਕਾਲ ਪੁਰਖ ਦੀ ਜਿਹੜੀ ਹੈ ਕਚਹਿਰੀ। ਮਰਨ ਤੋਂ ਬਾਅਦ ਕਿਹੜੀ ਕਚਹਿਰੀ ਹੈ ਇਹ ਕਿਸੇ ਨੂੰ ਨਹੀਂ ਪਤਾ। ਅਸਲ ਜਿਹੜੀ ਉਹਦੀ ਕਚਹਿਰੀ ਜੋ ਸਾਨੂੰ ਨਜ਼ਰ ਆਉਂਦੀ ਹੈ ਉਹ ਦੁਨੀਆ ਹੀ ਹੈ। ਅਸਲ ਜਿਹੜੀ ਦਰਗਾਹ ਹੈ ਉਹ ਦੁਨੀਆ ਹੀ ਹੈ। ਇਹਦੇ ਵਿੱਚ ਹੀ ਜਿਹੜੇ ਮਨੁੱਖ ਆ ਉਹ ਸੁੱਖ ਦੁੱਖ ਆਪਣੇ ਕੀਤੇ ਕਰਮਾਂ ਅਨੁਸਾਰ ਭੋਗ ਕੇ ਜਾਂਦੇ ਆ। ਤੇ ਅਜਿਹੀ ਦੁਨੀਆ ਵਿੱਚ, ਅਕਾਲ ਪੁਰਖ ਦੀ ਦੁਨੀਆ ਵਿੱਚ, ਉਸ ਨੂੰ ਮਾਨ ਪ੍ਰਾਪਤ ਹੁੰਦਾ ਹੈ। ਪੰਚੇ ਸੋਹੇ ਦਰ ਰਾਜਾਨ, ਸੋਹੇ ਤੋਂ ਭਾਵ ਸੋਭਦੇ ਹਨ। ਕਿੱਥੇ ਸੋਭਦੇ ਹਨ? ਦਰ ਰਾਜਾਨ, ਉਸ ਸੱਚੇ ਅਕਾਲ ਪੁਰਖ ਜਿਹੜਾ ਰਾਜਿਆਂ ਦਾ ਰਾਜ ਹੈ, ਜਿਹੜਾ ਰਾਜਿਆਂ ਦਾ ਰਾਜਾ ਹੈ, ਉਸ ਦੇ ਦਰਵਾਜ਼ੇ ਤੇ ਸੋਭਦੇ ਹਨ। ਉਸ ਦੇ ਦਰ ਤੇ ਅਜਿਹੇ ਮਨੁੱਖ ਹੀ ਸੋਭਦੇ ਹਨ। ਕਹਿਣ ਤੋਂ ਭਾਵ ਉਹਨੂੰ ਅਜਿਹੇ ਮਨੁੱਖ ਹੀ ਚੰਗੇ ਲੱਗਦੇ ਹਨ। ਪੰਚਾ ਕਾ ਗੁਰ ਏਕ ਧਿਆਨ, ਅਜਿਹੇ ਪੰਜ ਜਨਾਂ ਦਾ ਇੱਕੋ ਗੁਰ ਵੱਲ ਧਿਆਨ ਹੁੰਦਾ ਹੈ। ਕਹਿਣ ਤੋਂ ਭਾਵ ਉਹਨਾਂ ਦੀ ਜਿਹੜੀ ਸੁਰਤ ਹੈ ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਗੁਰ ਦਾ ਹੀ ਆਧਾਰ ਹੁੰਦਾ ਹੈ। ਉਹ ਸੱਚੀ ਟੇਕ ਨੂੰ ਹੀ ਆਪਣਾ
ਆਧਾਰ ਬਣਾਉਂਦੇ ਹਨ। ਇਸੇ ਕਾਰਨ ਉਹ ਪ੍ਰਧਾਨ ਹਨ। ਪ੍ਰਧਾਨ ਅਜਿਹਾ ਮਨੁੱਖ ਵੀ ਹੁੰਦਾ ਜਿਹੜਾ ਆਪਣੇ ਆਪ ਨੂੰ ਆਪ ਜਿਹੜਾ ਹੈ ਉਹ ਰਸਤਾ ਦਿਖਾ ਸਕੇ। ਜਿਵੇਂ ਗੁਰੂ ਸਾਹਿਬ ਰਸਤਾ ਦਿਖਾਉਂਦੇ ਆ ਤੇ ਗੁਰੂ ਸਾਹਿਬ ਨੇ ਉਸਨੂੰ ਇਹ ਵਡਿਆਈ ਦਿੱਤੀ, ਨਾਮ ਜਪ ਜਪ ਕੇ ਉਹਨੇ ਸੁਣਿਆ, ਮੰਨਿਆ, ਤੇ ਜਦੋਂ ਉਸਨੇ ਮੰਨ ਲਿੱਤਾ ਤੇ ਗੁਰੂ ਨੇ ਉਹਨੂੰ ਪ੍ਰਮਾਣਿਤ ਕੀਤਾ ਤੇ ਫਿਰ ਉਹ ਆਪਣਾ ਆਗੂ ਆਪ ਬਣ ਜਾਂਦਾ ਹੈ ਤੇ ਇਸ ਲਈ ਉਹਨੂੰ ਪ੍ਰਧਾਨ ਦਾ ਦਰਜਾ ਵੀ ਦਿੱਤਾ ਗਿਆ। ਤੇ ਪੰਚਾ ਕਾ ਗੁਰ ਏਕ ਧਿਆਨ, ਉਹਨਾਂ ਦਾ ਸਿਰਫ ਤੇ ਸਿਰਫ ਜਿਹੜਾ ਧਿਆਨ ਹੈ ਉਹ ਇੱਕੋ ਗੁਰ ਵੱਲ ਹੁੰਦਾ ਹੈ। ਜੇ ਕੋ ਕਹੈ ਕਰੈ ਵਿਚਾਰ, ਜੇ ਕੋਈ ਕਹੈ, ਕਹੈ ਤੋਂ ਭਾਵ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਵਿਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਰੈ ਵਿਚਾਰ ਕਰਤੇ ਕੈ ਕਰਨਾ ਹੈ ਨਾਹੀ ਸੁਮਾਰ। ਕਰਤੇ ਕੈ ਜਿਹੜਾ ਕਰਨ ਵਾਲਾ ਹੈ, ਸ੍ਰਿਸ਼ਟੀ ਦਾ ਰਚਨਹਾਰ ਹੈ। ਕਰਤੇ ਕੈ ਕਰਨਾ ਹੈ, ਕਰਨਾ ਤੋਂ ਭਾਵ ਉਹਦੇ ਜਿਹੜੇ ਕੰਮ ਹਾਂ, ਜਿਹੜੀ ਕੁਦਰਤ ਹੈ ਉਹਦੇ ਬਾਰੇ ਨਾਹੀ ਸੁਮਾਰ। ਸੁਮਾਰ ਤੋਂ ਭਾਵ ਹਿਸਾਬ, ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ। ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ ਕਿ ਉਹਦੀ ਕੁਦਰਤ ਨੂੰ ਉਹ ਬਿਆਨ ਕਰੇਗਾ, ਵਿਚਾਰ ਕਰੇਗਾ, ਪਰ ਕਿਤੇ ਨਾ ਕਿਤੇ ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹਨੇ ਸਮੁੰਦਰ ਵਿੱਚੋਂ ਹੋ ਸਕਦਾ ਕਿਤੇ ਇੱਕ ਮੱਗਾ ਜਿਹੜਾ ਬਾਲਟੀ ਦਾ ਜਿਹੜਾ ਉਹ ਭਰ ਲਿੱਤਾ ਤੇ ਉਹਨੂੰ ਲੱਗ ਰਿਹਾ ਕਿ ਮੈਂ ਸਮੁੰਦਰ ਨੂੰ ਜਾਣ ਲਿਆ, ਪਰ ਨਹੀਂ, ਕਿਤੇ ਨਾ ਕਿਤੇ ਉਹਨੂੰ ਇਹ ਮਹਿਸੂਸ ਹੋ ਜਾਂਦਾ ਹੈ ਕਿ ਕਰਤਾ ਕਿਆ ਕਰਨਾ ਹੈ ਨਾ ਹੀ ਸੁਮਾਰ, ਕਿ ਉਹਦੇ ਜਿਹੜੀ ਕੀਤੀਆਂ ਚੀਜ਼ਾਂ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ। ਅਸੀਂ ਰੋਟੀ ਖਾਂਦੇ ਆ, ਰੋਟੀ ਤੋਂ ਕਿਵੇਂ ਉਹ ਖੂਨ ਬਣਦਾ ਹੈ ਇਹ ਕੀ ਦੱਸਿਆ ਜਾ ਸਕਦਾ ਹੈ? ਅੱਜ ਤੱਕ ਇਸ ਬਾਰੇ ਰਿਸਰਚ ਚੱਲ ਰਹੀ ਹੈ, ਪਰ ਅੱਜ ਤੱਕ ਕੋਈ ਅਜਿਹੀ ਮਸ਼ੀਨ ਨਹੀਂ ਬਣੀ ਜਿਹੜੀ ਰੋਟੀ ਤੋਂ ਖੂਨ ਬਣਾ ਸਕੇ। ਭਾਵੇਂ ਮਨੁੱਖ ਜਿੰਨੀ ਮਰਜ਼ੀ ਤਰੱਕੀ ਕਰੀ ਜਾ ਰਿਹਾ ਹੈ, ਕਹਿਣ ਨੂੰ ਐਡਵਾਂਸ ਬਹੁਤ ਹੋ ਗਿਆ ਹੈ, ਪਰ ਇੱਕ ਛੋਟੀ ਜਿਹੀ ਮਿਸਾਲ ਦਿੱਤੀ ਕਿ ਉਹਦੇ ਕੀਤੇ ਜਿਹੜੇ ਕੰਮ ਨੇ ਨਾ, ਕੀ ਇਹ ਜਿਹੜੇ ਸਵਾਸ ਨੇ ਇਹ ਕਿਵੇਂ ਚੱਲਦੇ ਪਏ ਨੇ, ਇਹਨਾਂ ਦਾ ਕੌਣ ਦੱਸ ਸਕਦਾ ਹੈ, ਕੌਣ ਹਿਸਾਬ ਲਗਾ ਸਕਦਾ ਹੈ? ਕਰਤੇ ਕਿਆ ਕਰਨਾ ਹੈ, ਜੋ ਉਹਨੇ ਕੰਮ ਕੀਤੇ ਆ ਉਹਦਾ ਕੋਈ ਹਿਸਾਬ ਨਹੀਂ ਲਾ ਸਕਦਾ। ਜੋ ਉਹ ਕੰਮ ਕਰ ਰਿਹਾ ਹੈ ਉਹਦੀ ਕੁਦਰਤ ਦੇ ਬਾਰੇ ਕੋਈ ਵੀ ਹਿਸਾਬ ਨਹੀਂ ਲਾਇਆ ਜਾ ਸਕਦਾ। ਧੌਲ ਧਰਮ ਦਇਆ ਕਾ ਪੂਤ ਮੰਨਿਆ ਜਾਂਦਾ ਹੈ, ਇੱਕ ਮਿਥਿਆਸ ਹੈ ਕਿ ਇਹ ਜੋ ਧਰਤੀ ਹੈ ਇੱਕ ਬੈਲ ਨੇ ਆਪਣੇ ਸਿੰਘਾਂ ਤੇ ਚੱਕੀ ਹੋਈ ਹੈ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਅਸਲ ਜਿਹੜਾ ਧੌਲ ਹੈ ਨਾ, ਜੋ ਬੈਲ ਹੈ ਨਾ, ਉਹ ਧਰਮ ਹੈ। ਉਹ ਧਰਮ ਹੀ ਹੈ ਜਿਹੜਾ ਦਇਆ ਕਾ ਪੂਤ, ਜਿਹੜਾ ਦਇਆ ਤੋਂ ਪੈਦਾ ਹੋਇਆ ਹੈ, ਉਸਨੇ ਹੀ, ਧਰਮ ਤੋਂ ਭਾਵ ਇੱਥੇ ਇੱਕ ਨਿਯਮ ਹੈ, ਉਹਦਾ ਹੁਕਮ ਹੈ, ਉਸ ਨਿਯਮ ਨੇ ਹੀ ਇਸ ਪੂਰੀ ਧਰਤੀ ਨੂੰ ਜਿਹੜਾ ਹੈ ਉਹ ਚੱਕਿਆ ਹੋਇਆ। ਯਾਨੀ ਕਿ ਉਹ ਜਿਹੜਾ ਨਿਯਮ ਹੈ, ਉਹ ਕੁਦਰਤ ਦਾ ਜਿਹੜਾ ਨਿਯਮ ਹੈ, ਉਹੀ ਇਸ ਪੂਰੀ ਧਰਤੀ ਨੂੰ ਚਲਾ ਰਿਹਾ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਨੇ ਸੰਤੋਖ ਥਾਪ ਕੇ, ਕਹਿਣ ਤੋਂ ਭਾਵ ਹੈ ਕਿ ਸਬਰ ਵਿੱਚ ਇਹ ਪੂਰੀ ਕੁਦਰਤ ਨੂੰ ਰੱਖਿਆ ਜਿਨ ਸੂਤ, ਇੱਕ ਸੂਤ ਵਿੱਚ, ਯਾਨੀ ਕਿ ਇੱਕ ਨਿਯਮ ਵਿੱਚ ਬੱਝ ਕੇ ਰੱਖਿਆ ਹੋਇਆ ਹੈ। ਕਹਿਣ ਤੋਂ ਭਾਵ ਅਗਰ ਕੋਈ ਸ਼ਾਕਾਹਾਰੀ ਹੈ, ਇੱਕ ਸ਼ਾਕਾਹਾਰੀ ਜਿਹੜਾ ਮੰਨ ਲਓ ਗਾਂ ਹੈ, ਉਹਨੂੰ ਕੋਈ ਕਵੇ ਕਿ ਮਾਂਸ ਖਾ ਲੈ, ਨਹੀਂ, ਉਹ ਘਾਹ ਖਾਣ ਵਿੱਚ ਹੀ ਤ੍ਰਿਪਤੀ ਮਹਿਸੂਸ ਕਰਦੀ ਹੈ। ਅਜਿਹੇ ਬਥੇਰੇ ਮਿਸਾਲ ਅਸੀਂ ਦੇ ਸਕਦੇ ਹਾਂ, ਪਰ ਅਜੇ ਫਿਲਹਾਲ ਗੱਲ ਕਰਨੀ ਹੈ ਕਿ ਸੰਤੋਖ ਥਾਪ, ਕਿ ਸਾਰੇ, ਕਿ ਪੇੜ ਅਗਰ ਕਿੱਥੇ ਖਲੋਤਾ ਹੈ ਤੇ ਉਹ ਖਲੋਤਾ ਹੀ ਹੈ, ਉਹਨੂੰ ਚਾਹ ਨਹੀਂ ਹੈ ਕਿ ਉਹ ਪੂਰੀ ਦੁਨੀਆ ਘੁੰਮੇ। ਪਹਾੜ ਜਿਹੜੇ ਆ ਇੱਕੋ ਜਗ੍ਹਾ ਤੇ ਟਿਕੇ ਹੋਏ ਆ, ਤੇ ਜਿਹੜਾ ਹੋਰ ਵੀ ਕੁਦਰਤ ਹੈ, ਬਥੇਰੀ ਕੁਦਰਤ ਅਸੀਂ ਵੇਖਦੇ ਹਾਂ ਆਪਣੇ ਆਲੇ ਦੁਆਲੇ, ਯਾਨੀ ਕਿ ਹਰ ਕੋਈ ਕਿਤੇ ਨਾ ਕਿਤੇ ਆਪਣੇ ਸੰਤੋਖ ਵਿੱਚ ਹੈ, ਕਹਿਣ ਤੋਂ ਭਾਵ ਸਬਰ ਵਿੱਚ ਹੈ। ਉਹ ਜਿਹੋ ਜਿਹਾ ਹੈ ਉਵੇਂ ਹੀ ਰਹਿਣਾ ਚਾਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਮਨੁੱਖ ਦੀ। ਫਿਰ ਜਿਹੜਾ ਮਨੁੱਖ ਹੈ ਇਹ ਵੀ ਤਾਂ ਕੁਦਰਤ ਵਿੱਚੋਂ ਹੀ ਬਣਿਆ ਹੈ, ਤੇ ਫਿਰ ਇਹ ਸੰਤੋਖ ਵਿੱਚ ਕਿਉਂ ਨਹੀਂ ਹੈ? ਸਵਾਲ ਇੱਥੇ ਉੱਠਦਾ ਹੈ। ਇਹਦਾ ਜਵਾਬ ਵੀ ਗੁਰੂ ਸਾਹਿਬ ਸਾਨੂੰ ਬਖਸ਼ਦੇ ਆ ਕਿ ਗੁਰੂ ਸਾਹਿਬ ਨੇ ਤੇ ਇਸ ਨੂੰ ਆਪਣੀ ਹੀ ਅੰਸ਼ ਬਣਾ ਕੇ ਭੇਜਿਆ ਹੈ, ਪਰ ਇਹ ਮਾਇਆ ਦੀ ਕਾਲਕ ਵਿੱਚ ਫਸ ਕੇ, ਉਲਝ ਕੇ, ਪੰਜ ਵਿਕਾਰਾਂ ਵਿੱਚ ਭੁੱਲ ਚੁੱਕਾ ਹੈ ਕਿ ਇਹਦਾ ਜਿਹੜਾ ਅਸਲੀ ਜਿਹੜਾ ਗੁਣ ਹੈ, ਅਸਲੀ ਇਹਦਾ ਜਿਹੜਾ ਕਿਰਦਾਰ ਹੈ ਉਹ ਕੀ ਹੈ। ਇਸ ਨੂੰ ਇਹ ਭੁੱਲ ਹੀ ਚੁੱਕਾ ਹੈ। ਜੇ ਇਹ ਉਹਦੀ ਅੰਸ਼ ਹੈ ਤੇ ਇਹਦੇ ਵਿੱਚ ਵੀ ਉਹ ਸਾਰੇ ਹੀ ਗੁਣ ਹਨ ਜੋ ਪਰਮਾਤਮਾ ਵਿੱਚ ਹਨ। ਕਹਿਣ ਤੋਂ ਭਾਵ ਕਿਤੇ ਨਾ ਕਿਤੇ ਇਹ ਵੀ ਸੰਤੋਖੀ ਹੈ, ਪਰ ਅਜੇ ਆਪਣਾ ਮੂਲ ਭੁੱਲਣ ਦੇ ਕਾਰਨ ਇਹ ਉਲਝ ਚੁੱਕਾ ਹੈ।
ਕਿਉਂਕਿ ਇਸ ਨੂੰ ਗੁਰੂ ਸਾਹਿਬ ਨੇ ਅਜਿਹਾ ਬਣਾ ਕੇ ਭੇਜਿਆ ਹੈ ਕਿ ਇਹ ਚਾਹੇ ਤੇ ਕਰ ਸਕਦਾ ਹੈ, ਇਹ ਚਾਹੇ ਤੇ ਆਪਣਾ ਜਿਹੜਾ ਹੈ ਉਹ ਨਿਯਮ ਜਿਹੜਾ ਹੈ ਉਹ ਬਦਲ ਸਕਦਾ ਹੈ। ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਜਿਹਾ ਨੂੰ ਬਣਾ ਕੇ ਭੇਜਿਆ, ਕਿਉਂਕਿ ਗੁਰੂ ਸਾਹਿਬ ਵੇਖਣਾ ਚਾਹੁੰਦੇ ਆ ਕਿ ਜਦ ਮੈਂ ਕਿਸੇ ਨੂੰ ਪੂਰੀ ਸਮਰੱਥਾ ਦੇਣਾ ਤੇ ਫਿਰ ਉਹ ਕੀ ਕਰਦਾ ਹੈ। ਕੁਦਰਤ ਵਿੱਚ ਉਹਨਾਂ ਨੇ ਹਰ ਤਰੀਕੇ ਦੇ ਜੀਵ ਬਣਾਏ ਨਾ, ਤੇ ਸਾਨੂੰ ਵੀ ਉਹਨਾਂ ਵਿੱਚੋਂ ਇੱਕ ਬਣਾਇਆ। ਇਹ ਉਹਦੀ ਮੌਜ ਹੈ, ਅਸੀਂ ਨਹੀਂ ਕਹਿ ਸਕਦੇ ਕਿਉਂ ਬਣਾਇਆ, ਪਰ ਬਣਾਇਆ। ਪਰ ਸਾਡਾ ਵੀ ਕਿੱਥੇ ਨਾ ਕਿੱਥੇ ਜਿਹੜਾ ਮੂਲ ਗੁਣ ਹੈ ਨਾ, ਉਹ ਸੰਤੋਖ ਦਾ ਹੀ, ਉਹ ਸਬਰ ਦਾ ਹੀ ਹੈ। ਪਰ ਇਹ ਮਾਇਆ ਵਿੱਚ ਉਲਝ ਕੇ ਅਸੀਂ ਭੁੱਲੇ ਹੋਏ ਹਾਂ। ਜਿਸ ਦਿਨ ਆਪਣੇ ਮੂਲ ਦੇ ਨਾਲ ਦੁਬਾਰਾ ਜੁੜ ਜਾਵਾਂਗੇ ਤੇ ਉਹ ਫਿਰ ਧੀਰੇ ਧੀਰੇ ਸਾਰੇ ਗੁਣ ਜਿਹੜੇ ਆ ਉਹ ਸਾਡੇ ਵਿੱਚ ਵਾਪਸ ਆਣੇ ਸ਼ੁਰੂ ਹੋ ਜਾਣਗੇ। ਜੇ ਕੋ ਬੁੱਝੈ ਹੋਵੇ ਸਚਿਆਰ, ਜੇ ਕੋਈ ਬੁੱਝ ਲੈਂਦਾ ਹੈ ਅਜਿਹੇ ਨਿਯਮਾਂ ਨੂੰ ਆਪਣੇ ਆਸ-ਪਾਸ ਦੇਖ ਕੇ ਕਿ ਬਈ ਜਿਹੜੀ ਅੱਗ ਹੈ ਉਹ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਉਹ ਹਰ ਕਿਸੇ ਨੂੰ ਇੱਕੋ ਜਿਹਾ ਸੁਭਾਵ ਆਪਣਾ ਜਿਹੜੀ ਹੈ ਉਹ ਪ੍ਰਦਰਸ਼ਿਤ ਕਰਦੀ ਆ। ਇਸੇ ਤਰੀਕੇ ਨਾਲ ਜਿਹੜਾ ਕੁਦਰਤ ਵਿੱਚ ਪਾਣੀ ਹੈ ਉਹ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਹਰ ਪਿਆਸੇ ਦੀ ਪਿਆਸ ਬੁਝਾਉਂਦਾ ਹੈ। ਇਸੇ ਤਰੀਕੇ ਨਾਲ ਜਿਹੜੀ ਸੂਰਜ ਦੀ ਰੋਸ਼ਨੀ ਹੈ, ਪੇੜ ਦੀ ਛਾਂ ਹੈ, ਚੰਦਰਮਾ ਦੀ ਰੋਸ਼ਨੀ ਹੈ, ਅਜਿਹੇ ਹੋਰ ਬਥੇਰੇ ਉਦਾਹਰਣ ਲੈ ਸਕਦੇ ਹਾਂ, ਮਿਸਾਲਾਂ ਲੈ ਸਕਦੇ ਹਾਂ ਕਿ ਕੋਈ ਵੀ ਜਿਹੜਾ ਕੁਦਰਤੀ ਚੀਜ਼ਾਂ ਆਪਾਂ ਵੇਖਦੇ ਹਾਂ ਆਪਣੇ ਆਸ-ਪਾਸ, ਕੋਈ ਵੀ ਵਿਤਕਰਾ ਨਹੀਂ ਕਰਦੀਆਂ। ਫਿਰ ਮਨੁੱਖ ਤੂੰ ਵਿਤਕਰਾ ਕਿਉਂ ਕਰਦਾ ਹੈ? ਜੇ ਤੂੰ ਇਹ ਸਾਰੀ ਚੀਜ਼ਾਂ ਨੂੰ ਵੇਖ ਕੇ, ਜੇ ਕੋ ਬੁੱਝੈ, ਇਹ ਚੀਜ਼ਾਂ ਨੂੰ ਸਮਝ ਕੇ ਹੋਵੇ ਸੱਚਿਆਰ, ਤੂੰ ਵੀ ਸੱਚਿਆਰ ਬਣ ਸਕਦਾ ਹੈ। ਜੇ ਕੋ ਬੁੱਝੈ, ਪਰ ਸ਼ਰਤ ਇਹ ਆ ਤੈਨੂੰ ਬੁੱਝਣਾ ਪਏਗਾ, ਤੈਨੂੰ ਸਮਝਣਾ ਪਏਗਾ, ਆਸ-ਪਾਸ ਆਪਣੇ ਝਾਤ ਮਾਰ ਕੇ ਵੇਖਣਾ ਪਏਗਾ ਕਿ ਗੁਰੂ ਸਾਹਿਬ ਨੇ ਕਿਹੋ ਜਿਹਾ ਮਾਹੌਲ ਬਣਾਇਆ ਹੈ। ਜਿਹੜਾ ਤੂੰ ਬਣਾਇਆ ਆਪਣੇ ਚਾਰ ਦੀਵਾਰੀ ਦੇ ਅੰਦਰ, ਉਸ ਤੋਂ ਬਾਹਰ ਜਾ ਕੇ ਵੇਖ। ਜੋ ਕੁਦਰਤੀ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਉਸ ਨੂੰ ਜਾ ਕੇ ਕਿੱਥੇ ਵੇਖ। ਅਜੇ ਤੇਰਾ ਧਿਆਨ ਤੇ ਆਪਣੇ ਬਣਾਏ ਮੈਟੀਰੀਅਲ ਦਾ ਹੀ ਹੈ ਨਾ, ਆਪਣੀ ਬਣਾਈ ਕਾਰਾਂ ਤੇ ਹੈ, ਆਪਣੇ ਬਣਾਏ ਚਾਰ ਦੀਵਾਰੀ ਤੇ ਹੈ। ਪਰ ਜੋ ਗੁਰੂ ਸਾਹਿਬ ਨੇ ਜੋ ਬਖਸ਼ਿਆ ਹੈ, ਜੋ ਕੁਦਰਤੀ ਜੋ ਚੀਜ਼ਾਂ ਬਖਸ਼ੀਆਂ ਹੈ, ਉਸ ਨੂੰ ਵੇਖ ਕੋਈ ਵਿਤਕਰਾ ਨਹੀਂ ਕਰਦੀ। ਤੇ ਤੂੰ ਕਿਉਂ ਕਰਦਾ ਹੈ? ਜਿਸ ਦਿਨ ਇਹ ਗੱਲ ਸਮਝ ਆਉਣ ਲੱਗ ਜਾਏਗੀ ਤੇ ਫਿਰ ਕੀ ਹੋਏਗਾ? ਜੇ ਕੋ ਬੁੱਝੈ ਹੋਵੇ ਸੱਚਿਆਰ, ਉਹ ਸੱਚ ਵਿੱਚ ਸੱਚ ਦਾ ਹਿੱਸਾ ਜਿਹੜਾ ਹੈ ਉਹ ਬਣ ਜਾਏਗਾ। ਧਵਲੇ ਉੱਪਰ ਕੇਤਾ ਭਾਰ, ਨਾਲ ਦੇ ਨਾਲ ਇੱਕ ਗੱਲ ਹੋਰ ਸਮਝ ਆਏਗੀ, ਧਵਲੇ ਉੱਪਰ, ਕਿ ਅਸਲ ਵਿੱਚ ਉਸ ਬੈਲ ਦੇ ਉੱਪਰ ਆਖਿਰ ਕਿੰਨਾ ਕੁ ਭਾਰ ਹੈ। ਜੋ ਕਿਹਾ ਜਾਂਦਾ ਹੈ ਅਗਰ ਕਿ ਬਈ ਬੈਲ ਨੇ ਇਸ ਧਰਤੀ ਨੂੰ ਚੱਕਿਆ ਹੋਇਆ ਹੈ, ਆਖਿਰ ਉਹ ਕਿੰਨਾ ਕੁ ਭਾਰ ਚੱਕ ਸਕਦਾ ਹੈ। ਅਗਰ ਅਸੀਂ ਗੱਲ ਕਰੀਏ ਧਰਤੀ ਹੋਰ ਪਰੇ ਹੋਰ, ਅਸੀਂ ਹੁਣ ਵੇਖਦੇ ਹਾਂ ਕਿ ਬੋਰਿੰਗ ਦਾ ਜਿਹੜਾ ਕੰਮ ਹੈ ਕਿੰਨੀ ਡੂੰਘਾਈ ਵਿੱਚ ਖੁਦਾਈ ਹੋਣ ਲੱਗ ਗਈ ਹੈ, ਤੇ ਕਿੰਨੇ ਸਮੇਂ ਤੋਂ ਖੁਦਾਈ ਹੁੰਦੀ ਹੈ। ਕੀ ਅੱਜ ਤੱਕ ਕਿਸੇ ਨੂੰ ਕੋਈ ਬੈਲ ਨਜ਼ਰ ਆਇਆ ਜਿਨਨੇ ਇਸ ਧਰਤੀ ਨੂੰ ਚੱਕਿਆ ਹੋਏ? ਤੇ ਧਰਤੀ ਦੇ ਹੇਠਾਂ ਹੋਰ ਧਰਤੀ, ਅਜਿਹੀਆਂ ਪਤਾ ਨਹੀਂ ਕਿੰਨੀ ਕੁ ਧਰਤੀਆਂ ਅਜੇ ਥੱਲੇ ਹਨ ਤੇ ਕਿੰਨੇ ਕੁ ਬੈਲ ਹਨ। ਧਰਤੀਆਂ ਦਾ ਤਾਂ ਕੋਈ ਅੰਤ ਨਹੀਂ ਪਾਇਆ ਜਾ ਰਿਹਾ। ਅਖੀਰ ਵਿੱਚ ਅਗਰ ਕਿਹਾ ਜਾਏ ਕਿ ਬੈਲ ਹੈ ਤੇ ਫਿਰ ਬੈਰ ਕਿਹਦੇ ਸਹਾਰੇ ਖੜਾ ਹੈ, ਇਹ ਕੌਣ ਦੱਸੇਗਾ? ਇਸ ਲਈ ਕਿਤੇ ਨਾ ਕਿਤੇ ਇਹ ਦਾਅਵਾ ਝੂਠਾ ਹੈ, ਕਿਉਂਕਿ ਗੁਰੂ ਸਾਹਿਬ ਅੱਗੇ ਸਾਨੂੰ ਦੱਸਦੇ ਆ ਕਿ ਧਰਤੀ ਹੋਰ ਪਰੇ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਆਖਿਰ ਫਿਰ ਉਹਨਾਂ ਦੇ ਭਾਰ ਹੇਠਾਂ ਕਿਹਦਾ ਜ਼ੋਰ ਹੈ? ਕਿਸ ਦੇ ਜ਼ੋਰ ਤੇ ਉਹ ਖੜੇ ਨੇ? ਜਿਹੜੀ ਧਰਤੀਆਂ ਜਿਹੜੀਆਂ ਸਾਰੀਆਂ ਨੇ, ਇਹ ਕਿਸ ਦੇ ਸਹਾਰੇ ਖੜੀਆਂ ਨੇ? ਇਹ ਕੋਈ ਨਹੀਂ ਦੱਸ ਸਕਦਾ, ਕਿਉਂਕਿ ਉਹਦੀ ਕੁਦਰਤ ਹੈ। ਉਹ ਆਪ ਬੇਅੰਤ ਹੈ, ਉਹਦੀ ਕੁਦਰਤ ਵੀ ਬੇਅੰਤ ਹੈ। ਪਰ ਏਦਾਂ ਝੂਠੇ ਮਿਥਿਆਸ ਦੱਸੇ ਗਏ ਹਨ ਤੇ ਗੁਰੂ ਸਾਹਿਬ ਉਸ ਨੂੰ ਭਣਦੇ ਹੋਏ ਸਾਨੂੰ ਸੋਝੀ ਬਖਸ਼ ਰਹੇ ਹਨ। ਜੀ ਜਾਤ ਰੰਗਾ ਕੇ ਨਾਮ, ਇਸ ਕੁਦਰਤ ਵਿੱਚ ਬਥੇਰੇ ਤਰੀਕੇ ਦੇ ਜੀਵ ਹਨ, ਉਹਨਾਂ ਦੀਆਂ ਵੱਖੋ ਵੱਖ ਜਾਤਾਂ ਹਨ, ਕਈ ਤਰ੍ਹਾਂ ਦੇ ਉਹਨਾਂ ਦੇ ਰੰਗ ਹਨ ਤੇ ਵੱਖੋ ਵੱਖ ਸਭ ਦੇ ਨਾਮ ਹਨ। ਸਭ ਨਾਲ ਲਿਖਿਆ ਵੁੜੀ ਕਲਾਮ। ਇਹ ਸਾਰੀ ਕੁਦਰਤ ਨੂੰ, ਇਹ ਸਾਰੀ ਦੁਨੀਆ ਨੂੰ ਕਿਤੇ ਨਾ ਕਿਤੇ ਉਹ ਨਿਰੰਤਰ ਕਲਮ, ਜਿਹੜੀ ਅਟਲ ਕਲਮ ਹੈ, ਉਹ ਗੁਰੂ ਸਾਹਿਬ ਦੀ ਕਲਮ ਦੇ ਨਾਲ ਲਿਖਿਆ ਜਾ ਰਿਹਾ ਹੈ। ਇਹ ਲੇਖਾ ਲਿਖ ਜਾਣੇ ਕੋਈ,
ਇਹ ਜੋ ਲੇਖਾ ਹੈ, ਲਿਖ ਜਾਣੇ ਕੋਈ ਵਿਰਲਾ ਹੀ ਹੁੰਦਾ ਹੈ ਜੋ ਇਹ ਲੇਖਾ ਯਾਨੀ ਕਿ ਇਸ ਕੁਦਰਤ ਦੇ ਬਾਰੇ ਕੋਈ ਬਿਆਨ ਕਰ ਸਕੇ ਜਾਂ ਲਿਖ ਸਕੇ। ਇਹ ਕੋਈ ਵਿਰਲਾ ਹੀ ਹੁੰਦਾ ਜਿਹਨੂੰ ਗੁਰੂ ਸਾਹਿਬ ਕਿਰਪਾ ਕਰਨ, ਪਰ ਉਹਦਾ ਵੀ ਜਿਹੜਾ ਦਾਵਾ ਹੈ ਉਹ ਅਜਿਹਾ ਹੀ ਹੋ ਸਕਦਾ ਹੈ ਜਿਵੇਂ ਸਮੁੰਦਰ ਤੋਂ ਇੱਕ ਬਾਲਟੀ ਕਿਸੇ ਨੇ ਪਾਣੀ ਦਾ ਕੱਢ ਲਿਆ ਹੋਵੇ, ਕਿਉਂਕਿ ਲੇਖਾ ਲਿਖਿਆ ਕੀਤਾ ਹੋਏ। ਆਖਿਰ ਕਿੰਨਾ ਕੁ ਕੋਈ ਲਿਖ ਸਕੇਗਾ, ਕੀ ਲਿਖ ਸਕੇਗਾ? ਰੋਟੀ ਤੋਂ ਖੂਨ ਕਿਵੇਂ ਬਣਦਾ ਹੈ, ਅੱਜ ਤੱਕ ਤੇ ਇਹ ਪਹੇਲੀ ਕੋਈ ਸੋਲਵ ਨਹੀਂ ਕਰ ਸਕਿਆ, ਤੇ ਬਾਕੀ ਦੀ ਗੱਲਾਂ ਛੱਡੋ। ਇੱਕ ਬੀਜ ਤੋਂ ਇੰਨਾ ਵੱਡਾ ਦਰਖਤ ਕਿਵੇਂ ਬਣ ਜਾਂਦਾ ਹੈ, ਕੋਈ ਅਜਿਹੀ ਮਸ਼ੀਨ ਅੱਜ ਤੱਕ ਨਹੀਂ ਬਣ ਸਕੀ, ਤੇ ਬਾਕੀ ਦੀ ਗੱਲਾਂ ਛੱਡ ਦੋ। ਸੂਰਜ ਨੂੰ ਰੋਜ਼ ਕੌਣ ਚਾੜਦਾ ਤੇ ਕੌਣ ਡੋਬਦਾ ਹੈ, ਸੂਰਜ ਕਿਹਦੇ ਭਾਰ ਤੇ ਖੜਾ ਹੈ, ਤੇ ਇਹ ਜੋ ਅਸਮਾਨ ਹੈ ਕਿਹਦੇ ਆਸਰੇ ਖੜਾ ਹੈ। ਤੇ ਕਹਿਣ ਤੋਂ ਭਾਵ ਕਿ ਕਿਹੜੀ ਗੱਲਾਂ ਲਿਖੇਗਾ, ਲੇਖਾ ਲਿਖਿਆ ਕੀਤਾ ਹੋਏ। ਆਖਿਰ ਉਹ ਕਿੰਨਾ ਕੁ ਦੱਸ ਪਾਏਗਾ, ਕਿੰਨਾ ਕੁ ਲਿਖ ਸਕੇਗਾ, ਇਹ ਗੁਰੂ ਸਾਹਿਬ ਦੱਸਣਾ ਚਾਹੁੰਦੇ ਆ। ਕੇਤਾ ਤਾਣ ਸਵਾਲਿਓ ਰੂਪ। ਕੇਤਾ ਕਿੰਨਾ ਬਲ ਹੈ, ਕਿੰਨਾ ਤਾਕਤ ਹੈ। ਸਵਾਲਿਓ ਰੂਪ ਸੋਹਣਾ ਸਰੂਪ ਕਿੰਨਾ ਕੁ ਹੈ ਇਸ ਕੁਦਰਤ ਵਿੱਚ। ਕੇਤੀ ਦਾਤ ਜਾਣੈ ਕੌਣ ਕੂਤ। ਕਿੰਨੀ ਕੁ ਦਾਤਾਂ ਸਾਨੂੰ ਇਹ ਕੁਦਰਤ ਵੱਲੋਂ ਮਿਲ ਰਹੀਆਂ ਹਨ, ਉਸ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ। ਕੌਣ ਕੂਤ ਤੋਂ ਭਾਵ ਅੰਦਾਜ਼ਾ, ਇਸ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ। ਕੀਤਾ ਪਸਾਓ ਏਕੋ ਕਵਾਓ। ਇਹ ਜਿੰਨਾ ਕੁ ਪਸਾਰਾ ਕੀਤਾ ਹੈ, ਇਹ ਸਾਰਾ ਤੇ ਸਾਰਾ ਸਿਰਫ ਤੇ ਸਿਰਫ ਏਕੋ ਕਵਾਓ ਤੋਂ ਭਾਵ ਇੱਕੋ ਬਚਨ ਦੇ ਨਾਲ ਕੀਤਾ ਗਿਆ ਹੈ। ਉਸ ਅਕਾਲ ਪੁਰਖ ਦੇ ਇੱਕੋ ਬਚਨ ਦੇ ਨਾਲ ਇਹ ਸਾਰਾ ਪਸਾਰਾ ਜਿਹੜਾ ਹੈ ਉਹ ਹੋਇਆ। ਤਿਸਤੇ ਹੋਏ ਲੱਖ ਦਰਿਆਓ। ਉਸ ਦੇ ਹੁਕਮ ਦੇ ਨਾਲ ਹੀ, ਉਸ ਦੇ ਬਚਨ ਦੇ ਨਾਲ ਹੀ ਫਿਰ ਲੱਖਾਂ ਹੀ ਦਰਿਆਓ ਜਿਹੜੇ ਆ ਉਹ ਬਣ ਗਏ। ਕੁਦਰਤ ਕਵਣ ਕਹਾ ਵਿਚਾਰ। ਇਸ ਕੁਦਰਤ ਨੂੰ ਕਵਣ ਕਿਵੇਂ ਕਿਹਾ ਜਾ ਸਕਦਾ ਹੈ, ਬਿਆਨ ਕੀਤਾ ਜਾ ਸਕਦਾ ਹੈ, ਇਸ ਤੇ ਵਿਚਾਰ ਕੀਤੀ ਜਾ ਸਕਦੀ ਹੈ। ਵਾਰਿਆ ਨਾ ਜਾਵਾ ਇੱਕ ਵਾਰ। ਇਹ ਸਭ ਕੁਝ ਵੇਖ ਕੇ ਤੇ ਸਾਨੂੰ ਗੁਰੂ ਸਾਹਿਬ ਸੋਝੀ ਬਖਸ਼ਦੇ ਆ ਕਿ ਅਸੀਂ ਤੇ ਇੱਕ ਵਾਰ ਵੀ ਵਾਰਨੇ ਬਲਿਹਾਰਨੇ ਨਹੀਂ ਜਾਂਦੇ। ਜੋ ਤੁਧ ਭਾਵੈ ਸਾਈ ਭਲੀਕਾਰ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਜਿਹੜਾ ਹੈ ਭਲਾ ਹੈ। ਭਲੀਕਾਰ ਤੋਂ ਭਾਵ ਹੈ ਭਲਾ ਕੰਮ, ਯਾਨੀ ਕਿ ਚੰਗਾ ਕੰਮ ਜਿਹੜਾ ਉਹਨੂੰ ਭਾਉਂਦਾ ਹੈ। ਜੋ ਤੁਧ ਭਾਵੈ, ਜੋ ਉਹਨੂੰ ਭਾਉਂਦਾ ਹੈ, ਅਸਲ ਵਿੱਚ ਉਹੀ ਕੰਮ ਜਿਹੜਾ ਹੈ ਉਹ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ। ਨਿਰੰਕਾਰ ਤੋਂ ਭਾਵ ਜਿਹਦਾ ਕੋਈ ਆਕਾਰ ਨਹੀਂ। ਪਰਮਾਤਮਾ ਦੇ ਬਥੇਰੇ ਨਾਮ ਜਿਹੜੇ ਆ ਉਹ ਆਣਗੇ, ਵੱਖੋ ਵੱਖ ਤਰੀਕੇ ਨਾਲ ਦੱਸਿਆ ਜਾਂਦਾ ਹੈ। ਕਦੇ ਅਸੀਂ ਪੜ੍ਹਿਆ ਨਿਰੰਜਨ, ਨਿਰੰਜਨ ਵੀ ਉਹਦਾ ਨਾਮ ਹੈ, ਨਿਰੰਕਾਰ ਵੀ ਉਹਦਾ ਨਾਮ ਹੈ। ਨਿਰੰਕਾਰ ਤੋਂ ਭਾਵ ਜਿਹਦਾ ਕੋਈ ਆਕਾਰ ਨਹੀਂ। ਹੇ ਨਿਰੰਕਾਰ ਯਾਨੀ ਕਿ ਜਿਹਦਾ ਕੋਈ ਆਕਾਰ ਨਹੀਂ। ਹੇ ਸੱਚੇ ਪਿਤਾ ਵਾਹਿਗੁਰੂ, ਤੂੰ ਹਮੇਸ਼ਾ ਸਲਾਮਤ ਹੈ। ਕਹਿਣ ਤੋਂ ਭਾਵ ਇਹ ਆ ਕਿ ਮਨੁੱਖ ਜਿਹੜਾ ਹੈ, ਇਹ ਜਿਹੜੀ ਦੁਨੀਆ ਹੈ ਇਹ ਨਾਸਵੰਦ ਹੈ, ਇਹ ਆਉਂਦੀ ਜਾਂਦੀ ਰਹਿੰਦੀ ਹੈ, ਪਰ ਜਿਹੜਾ ਤੂੰ ਹੈ ਉਹ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਤੂੰ ਜਿਹੜਾ ਹੈ ਉਹ ਅਸਲ ਸੱਚਾ ਹੈ, ਬਾਕੀ ਜਿਹੜੀ ਦੁਨੀਆ ਹੈ ਉਹ ਝੂਠ ਹੈ। ਇਸ ਲਈ ਤੂੰ ਹਮੇਸ਼ਾ ਲਈ ਸਲਾਮਤ ਹੈ। ਗੁਰੂ ਸਾਹਿਬ ਦੀ ਕਿਰਪਾ ਸਦਕਾ 16ਵੀਂ ਪੌੜੀ ਦੀ ਵਿਚਾਰ ਕਰਦੇ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਟੁੱਟੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਜੀ। ਸਮਤ ਬਖਸ਼ਣਾ। ਗੁਰੂ ਸਾਹਿਬ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਂਦੇ ਰਹਿਣ। ਬੇਨਤੀ, ਅਗਰ ਆਪ ਜੀ ਦਾ ਕੋਈ ਸਵਾਲ ਹੋਏ ਤੇ ਆਪ ਜੀ ਕਮੈਂਟ ਬਾਕਸ ਤੇ ਪੁੱਛ ਸਕਦੇ ਹੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਅਗਰ ਆਪ ਜੀ ਨੇ ਨਹੀਂ ਕੀਤਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ। ਜੇ ਆਪ ਜੀ ਨੂੰ ਕੋਈ ਗੱਲ ਚੰਗੀ ਨਾ ਲੱਗੇ ਤੇ ਕਮੈਂਟ ਬਾਕਸ ਤੇ ਲਿਖ ਕੇ ਜ਼ਰੂਰ ਦੱਸਣਾ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।